हाँ जी बच्चे, सॉरी कॉल आ गई सीगी ਤਾਂ डिस्कनैक्ट करना ਪਿਆ। ਇਹਦੇ ਵਾਸਤੇ ਵੀ ਫੋਨ ਅਲੱਗ ਤੋਂ ਮੈਨੂੰ ਲੱਗਦਾ ਰੱਖਣਾ ਪਊਗਾ। ਤਾਂ ਮੈਂ ਕਹਿ ਰਿਹਾ ਬੱਚੇ ਆਵਾਜ਼ ਆ ਰਹੀ ਹੈ ਨਾ? ਓਕੇ ਜੀ। ਤਾਂ ਮੈਂ ਕਹਿ ਰਿਹਾ ਸੀਗਾ ਅਗਰ ਦੋ ਸੈਲਸ ਵਾਸਤੇ ਮੈਂ ਜਿੱਦਾਂ ਪ੍ਰੂਫ ਕੀਤਾ ਨਾ, ਮਤਲਬ ਮੇਰੀ ਡਾਇਰੈਕਸ਼ਨ ਕਰੰਟ ਦੀ ਇਹ ਵਾਲੀ ਸੀ, ਮਤਲਬ ਮੈਂ ਆਪਣੀ ਡਾਇਰੈਕਸ਼ਨ ਕੀ ਹੈ ਫਰੋਮ A to B ਕੰਸੀਡਰ ਕੀਤੀ ਸੀ। ਸੇਮ ਡਿਟੋ ਕੰਮ ਤੁਸੀਂ ਆਪਣੀ ਡਾਇਰੈਕਸ਼ਨ ਕੀ ਹੈ B to A ਲੈ ਕੇ ਕਰਕੇ ਦੇਖਿਓ, ਤੁਸੀਂ ਦੇਖੋਗੇ ਰਿਜ਼ਲਟ ਸੇਮ ਆਏਗਾ। ਤਾਂ ਉਹਦੇ ਨਾਲ ਕੀ ਹੋਏਗਾ, ਇੱਕ ਤਾਂ ਤੁਹਾਨੂੰ ਅਪਲਾਈ ਕਰਨਾ ਵੀ ਆ ਜਾਏਗਾ, ਦੂਸਰਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਆਪਣੀ ਡਾਇਰੈਕਸ਼ਨ ਕੋਈ ਵੀ ਕੰਸੀਡਰ ਕਰ ਸਕਦੇ ਹੋ, ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਤਾਂ ਦੇਖੋ ਦੋ ਸੈਲਸ ਵਾਸਤੇ ਗੱਲ ਕਰ ਲਈ ਆਪਾਂ, ਜੇ ਆਪਾਂ ਫॉर 3 ਸੈਲਸ ਦੀ ਗੱਲ ਕਰੀਏ 3 ਸੈਲਸ, ਤਾਂ ਬੱਚੇ E ਨੈਟ ਕਿੰਨੀ ਹੋਏਗੀ, that is E1 plus E2 plus 3 E3 this one okay। अगर ਅਸੀਂ 3 ਤੋਂ ਜ਼ਿਆਦਾ ਸੈਲਸ ਲਈ ਮਤਲਬ 4 ਸੈਲਸ ਦੀ ਗੱਲ ਕਰਦੇ ਆ, 5 ਸੈਲਸ ਦੇ ਲਈ ਗੱਲ ਕਰਦੇ ਆ, ਮਤਲਬ n ਸੈਲਸ ਦੇ ਲਈ ਅਸੀਂ ਗੱਲ ਕਰੀਏ for n cells, ਤਾਂ ਬੱਚੇ E net ਕਿੰਨੀ ਆਏਗੀ, E1 plus E2 plus up to so on En, this is the answer। ਤਾਂ ਬਿਲਕੁਲ ਸੇਮ ਹੈ ਐਜ਼ ਇਟ ਇਜ਼, ਅਸੀਂ ਪਹਿਲਾਂ ਆਲਰੇਡੀ ਇਹਨੂੰ ਕਰ ਚੁੱਕੇ ਆ, ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਤੇ ਜੇ ਅਸੀਂ ਇਹਦੇ ਨਾਲ ਹੀ ਇਹਦਾ R net ਵੀ ਕਿੰਨਾ ਹੋਏਗਾ, ਸੀਰੀਜ਼ ਤੁਹਾਨੂੰ ਕੈਲਕੂਲੇਟ ਕਰਨਾ ਹੁੰਦਾ R1 R2 plus up to so on Rn। ਅੱਛਾ ਫਿਰ ਬੱਚੇ ਕੇਸ ਆ ਜਾਂਦਾ for n identical cells। ਹੁਣ ਆਇਡੈਂਟੀਕਲ ਸੈਲਸ ਬੱਚੇ ਉਹ ਸੈਲਸ ਹੋਣਗੇ ਜਿਨ੍ਹਾਂ ਦਾ ਇੰਟਰਨਲ ਰੈਜ਼ਿਸਟੈਂਸ ਵੀ ਸੇਮ ਹੋਏਗਾ ਤੇ ਜਿਨ੍ਹਾਂ ਦੀ EMF ਵੀ ਸੇਮ ਹੋਏਗੀ। ਆ ਦੇਖੋ ਸਪੋਜ਼ ਕਰੋ ਹੁਣ ਤੁਸੀਂ ਦੋ ਆਇਡੈਂਟੀਕਲ ਸੈਲ ਨੇ ਤੁਹਾਡੇ ਕੋਲੇ, ਦੋ ਆਇਡੈਂਟੀਕਲ ਸੈਲ, ਇਹਦੀ ਵੀ EMF E ਹੈ, ਇਹਦੀ ਵੀ E ਹੈ, ਇਹਦਾ ਰੈਜ਼ਿਸਟੈਂਸ R ਹੈ, ਇਹਦਾ ਰੈਜ਼ਿਸਟੈਂਸ R ਹੈ, ਤਾਂ ਮੈਨੂੰ ਕੋਈ ਸਟੂਡੈਂਟ ਦੱਸੂਗਾ ਨੈਟ EMF ਕਿੰਨੀ ਹੋਏਗੀ? ਹਾਂਜੀ ਬੱਚੇ ਬੋਲੋ। दो रेजिस्टेंस वास्ते दो सेल्स वास्ते बच्चे मैं 2e वेरी गुड 2e। अच्छा जे 3 होंगे तो 3e, जे 4 होंगे तो 4e, तो n सेल्स वास्ते बच्चे आंसर की आएगा ne। वेरी गुड ne बिल्कुल सही है। अच्छा फिर हुन r net भी दस दो मेनू, r net कितना होएगा? nr ठीक है बिल्कुल सही है जी। इस तरीके नाल ਅਸੀਂ हाँ जी बिल्कुल सही है जी, इस तरीके नाल ਅਸੀਂ की है सीरीज कॉम्बिनेशन ऑफ सेल्स ਨੂੰ सॉल्व कर सकते हैं। ठीक है नेक्स्ट ਆਪਾਂ ਗੱਲ ਕਰਦੇ हैं पैरेलल कॉम्बिनेशन ऑफ सेल्स। ਆ ਹਾਰਨ ਕਿੰਨਾ ਦੇ ਘਰੇ ਵੱਜ ਰਹੇ ਨੇ, ਬੰਦ ਕਰ ਲਓ ਜੀ। नेक्स्ट है जी पैरेलल कॉम्बिनेशन ऑफ सेल्स। ਹੁਣ ਬਸ ਫੋਨ ਵਾਲੀ ਦਿੱਕਤ ਰਹੇਗੀ ਜੀ, ਇੱਕ ਮੈਨੂੰ ਫੋਨ ਵੀ ਮੈਨੂੰ ਲੱਗਦਾ ਹੋਰ ਪਰਚੇਜ਼ ਕਰਨਾ ਪੈਣਾ ਕਾਲਿੰਗ ਵਾਸਤੇ, ਤਾਂ ਕਿ ਇਹ ਤੇ ਕੋਈ ਫੋਨ ਨਾ ਕਰੇ। ਪੈਰਲਲ ਕੰਬੀਨੇਸ਼ਨ ਆਫ ਸੈਲਸ ਦੇ ਵਿੱਚ ਕੀ ਹੈ, ਤਾਂ ਅਸੀਂ ਹੁਣ ਦੋ ਸੈਲਸ ਵਾਸਤੇ ਗੱਲ ਕਰਦੇ ਫॉर 2 ਸੈਲਸ ਜਿਹੜੇ ਪੈਰਲਲ ਦੇ ਵਿੱਚ ਨੇ। ਤਾਂ ਇੱਕ ਅਸੀਂ ਸੈੱਲ ਇੱਥੇ ਲਗਾ ਦਨੇ ਤੇ ਇਹਦਾ ਕੀ ਇੰਟਰਨਲ ਰੈਜ਼ਿਸਟੈਂਸ ਹੈ, ਇੱਕ ਸੈੱਲ ਅਸੀਂ ਇੱਥੇ ਲਗਾਤਾ, ਇਹਦਾ ਇੰਟਰਨਲ ਰੈਜ਼ਿਸਟੈਂਸ ਹੈ ਲਾਈਕ ਦਿਸ। ਆ ਦੋ ਪੁਆਇੰਟਸ ਹੋ ਗਏ A, ਦਿਸ ਇਜ਼ ਪੁਆਇੰਟ B, ਇਹ ਪੁਆਇੰਟ B ਹੋ ਗਿਆ। ਇਹਦੀ EMF ਹੈਗੀ E1, ਇਹਦਾ ਰੈਜ਼ਿਸਟੈਂਸ ਹੈਗਾ R1, ਇਹਦੀ EMF ਹੈਗੀ E2, ਇਹਦਾ ਰੈਜ਼ਿਸਟੈਂਸ ਹੈਗਾ R2। ਠੀਕ ਹੈ ਜੀ। ਹੁਣ ਦੇਖੋ ਜਿਹੜਾ E1 ਵਾਲੀ ਬੈਟਰੀ ਹੈ E1, ਤਾਂ ਇਹ ਇੱਕ ਕਰੰਟ ਸੈਂਡ ਕਰੇਗੀ I1, ਇਹ E2 ਬੈਟਰੀ ਤੋਂ ਕਰੰਟ ਜਾਏਗਾ I2। ਇਹ ਦੋਨੋਂ ਕਰੰਟ ਇਸ ਜੰਕਸ਼ਨ ਤੇ ਕੰਬਾਈਨ ਹੋਣਗੇ, that means ਕਰੰਟ ਇੱਥੇ ਕੀ ਆਏਗਾ ਟੋਟਲ I ਕਰੰਟ। ਤੇ ਜੇ ਆਪਾਂ ਜਦੋਂ ਇਹ ਸਰਕਟ ਮਤਲਬ ਪੂਰਾ ਕੰਪਲੀਟ ਕਰਾਂਗੇ ਐਦਾਂ, ਇਹ ਸਾਰਾ ਕਰੰਟ ਇਧਰੋਂ ਦੀ ਜਾਏਗਾ I, ਫਿਰ ਇਧਰੋਂ ਕੀ ਜਾਏਗਾ ਇਧਰੋਂ I1, ਇਧਰੋਂ ਕੀ ਜਾਏਗਾ I। ਤਾਂ ਅਸੀਂ ਹੁਣ ਪੈਰਲਲ ਕੰਬੀਨੇਸ਼ਨ ਵਾਸਤੇ ਅਸੀਂ ਕੀ ਕਰਨਾ ਹੈ, ਨੈਟ EMF ਤੇ ਨੈਟ ਰੈਜ਼ਿਸਟੈਂਸ ਕੈਲਕੂਲੇਟ ਕਰਨਾ ਹੈ। ਨੈਟ ਰੈਜ਼ਿਸਟੈਂਸ ਅਸੀਂ ਪਹਿਲਾਂ ਵੀ ਕੈਲਕੂਲੇਟ ਕੀਤਾ ਹੋਇਆ, ਉਹੀ ਆਨਸਰ ਕੀ ਹੈ ਇੱਥੇ ਆਏਗਾ, ਬਸ ਜਸਟ ਇਹ ਕੀ ਇੰਟਰਨਲ ਰੈਜ਼ਿਸਟੈਂਸ। एक्सक्यूज मी सर,
हाँ जी सर कमलप्रीत नू ऐड कर लो। कमलप्रीत दी रिक्वेस्ट मैं चेक कर लेना जी। नहीं मेरे को कोई रिक्वेस्ट नहीं आई जी कमलप्रीत दी। सर वो ग्रुप च करी जांदे ने, सही कनैक्ट नहीं हो रहे। हम की कर सकते हैं, उन्होंने कोई दोबारा रिक्वेस्ट भेज दो। कौन अगली कमलप्रीत ही है, बाकी तो सारे बंदे आ गए ना। कोई गल नहीं, उन्होंने कहो जी कि दोबारा रिक्वेस्ट भेज दो। आ गई कमलप्रीत की रिक्वेस्ट। तब ये गेट बंद कर दो। हाँ जी चलो कमलप्रीत भी ऐड होगी। ओके इस तो पहला कोई होर विच कॉल आवे ਆਪਾਂ फटाफट ही ਅੱਜ ਦਾ ਲੈਕਚਰ ਖਤਮ ਕਰੀਏ। ਤਾਂ ਬੱਚੇ ਮੈਂ ਨਾ ਟੋਟਲ ਕਰੰਟ I is equal to I1 I2 ਹੁੰਦਾ ਆਪਾਂ ਨੂੰ ਪੈਰਲਲ ਚ ਆਪਾਂ ਨੂੰ ਪਤਾ ਹੈ ਕਿਉਂਕਿ ਜਿਵੇਂ ਸੀਰੀਜ਼ ਚ ਅਸੀਂ ਟੋਟਲ ਵੋਲਟੇਜ ਫਾਈਂਡ ਕਰਦੇ ਹੁੰਦੇ ਹਾਂ ਨਾ, ਤਾਂ ਪੈਰਲਲ ਦੇ ਵਿੱਚ ਅਸੀਂ ਟੋਟਲ ਕਰੰਟ ਦੀ ਵੈਲਿਊ ਫਾਈਂਡ ਕਰਦੇ ਹੁੰਦੇ ਹਾਂ। ਦੈਟ ਮੀਨਸ सर I1 ऑडियो plus I2 कटन लग गई। ਹਾਂਜੀ ਕੀ ਹੋ ਗਿਆ ਬੱਚੇ? ਅਸੀਂ ਆ ਟੋਟਲ ਕਰੰਟ ਫਾਈਂਡ ਕਰਨਾ ਹੈ। ਤਾਂ सर स्क्रीन ब्लैंक आ रही है। ਬੱਚੇ ਮੇਰੇ ਵਾਲੀ ਸਾਈਡ ਤੋਂ ਸਕਰੀਨ ਬਿਲਕੁਲ ਸਹੀ ਹੈ ਜੀ, ਤੁਸੀਂ ਆਪਣੇ ਵਾਲੀ ਸਕਰੀਨ ਨੂੰ ਔਨ ਕਰਕੇ ਆਫ ਕਰ ਸਕਦੇ ਹੋ। ਬਾਕੀ ਕਿਸੇ ਸਟੂਡੈਂਟ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਜੀ? नो सर। नो सर। ਹਾਂਜੀ ਅੱਜ ਤਾਂ ਮਤਲਬ ਤੁਹਾਨੂੰ ਮੈਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਮੈਂ ਬਹੁਤ ਵੱਡਾ ਐਫਰਟ ਕੀਤਾਗਾ ਕਿ ਮਤਲਬ ਮੈਂ ਸਾਰਾ ਸਿਸਟਮ ਆਪਣਾ ਚੇਂਜ ਕੀਤਾ। ਚਲੋ ਆਪਾਂ ਬਾਹਲੀਆਂ ਗੱਲਾਂ ਨਹੀਂ ਮਾਰਦੇ ਹੈਗੇ। ਤਾਂ ਦੇਖੋ ਪਹਿਲਾਂ ਆਪਾਂ ਕੀ ਕਰਦੇ ਆ, ਦੇਖੋ ਆਹ ਪੁਆਇੰਟ B ਹੈ ਨਾ, ਤਾਂ ਮੈਂ ਇਸ ਨੂੰ ਇਸ ਪੁਆਇੰਟ ਨੂੰ ਮੈਂ B ਲਿਖ ਸਕਦਾ, ਕੋਈ ਦਿੱਕਤ ਨਹੀਂ ਹੈ। ਇਹ ਪੁਆਇੰਟ ਨੂੰ ਮੈਂ A ਲਿਖ ਸਕਦਾ, ਕੋਈ ਦਿੱਕਤ ਨਹੀਂ ਹੈ। ਤਾਂ ਪਹਿਲਾਂ ਮੈਂ ਉੱਪਰ ਵਾਲੇ ਜਿਹੜਾ ਹਾਂ ਤੁਹਾਨੂੰ ਕੀ ਹੈ ਲਾਈਨ ਦਿਖ ਰਹੀ, ਮਤਲਬ ਇੱਕ ਵਾਇਰ ਦਿਖ ਰਹੀ, ਮੈਂ ਇਹਦੇ ਤੇ ਲੂਪ ਲਗਾਉਣਾ from B to A, from B to A। अगर बच्चे ਤੁਹਾਨੂੰ ਕੋਈ ਮਾੜੀ ਮੋਟੀ ਪ੍ਰੋਬਲਮ ਹੁੰਦੀ ਹੈ ਮੈਂ ਰਿਕਾਰਡਿੰਗ ਵੀ ਨਾਲ ਲਗਾ ਰਿਹਾ, ਕੋਈ ਦਿੱਕਤ ਨਹੀਂ, ਬਾਅਦ ਵਿੱਚ ਤੁਸੀਂ ਲੈਕਚਰ ਦੇਖ ਲਿਓ। from B to A ਹਾਂਜੀ ਕੋਈ ਲਿਖਵਾਏਗਾ ਮੈਨੂੰ ਕਿਰਚੌਫ ਵੋਲਟੇਜ ਲਾਅ, ਐਨੀਵਨ? B to A जल्दी। सर VB वेरी गुड। VB प्लस I माइनस I1 R1 वेरी गुड, माइनस I1 R1 प्लस E प्लस E1 which is equal to किथे पहुंच गए इस पॉइंट पे, दैट मींस VA पोटेंशियल एट पॉइंट A। वेरी गुड, बिल्कुल सही है जी। देखो पैरेलल ਦੇ ਵਿੱਚ ਆਪਾਂ ਨੂੰ ਪਤਾ ਹੈ ਪੋਟੈਂਸ਼ੀਅਲ ਡਿਫਰੈਂਸ ਸੇਮ ਰਹਿੰਦਾ ਨਾ, ਤਾਂ ਇਹਨੂੰ ਇੱਕ ਵਾਰੀ ਆਪਾਂ ਇਧਰ ਲਿਖ ਲੈਣੇ ਆ, ਮਤਲਬ ਇਹਨੂੰ ਲਿਖ ਲਓ ਜੀ ਤੁਸੀਂ VB minus VA, ठीक है, इन्हें उधर ले जाओ, दैट इज ये बन गया जी I1 R1, ठीक है, प्लस E ऐसा देखो, ठीक है। आ देखो एक ये पोटेंशियल डिफरेंस है, ਇਹਦੇ ਵਿਚਕਾਰ A ਤੇ B ਦੇ ਵਿਚਕਾਰ ਦਾ ਪੋਟੈਂਸ਼ੀਅਲ ਡਿਫਰੈਂਸ, ਸਪੋਜ਼ ਇਹ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ V ਹੈ, सर ਤਾਂ ਇਹਨੂੰ ਮੈਂ ਕੀ ਲਿਖ ਰਿਹਾ V, सर माइनस E1 होगा। ਹਾਂਜੀ माइनस E1 आएगा। वेरी गुड, बिल्कुल सही है। ਇਹਨੂੰ ਮੈਂ ਲਿਖ ਲਿਆ V इज इक्वल टू की होगा जी I1 R1, देखो माइनस ऑफ E1 इधर जाके की होगा प्लस ऑफ E1। ਅਸੀਂ I1 कैलकुलेट करना है, ਇਹਦਾ मतलब E1 प्लस ਜਿਹੜਾ ਇਹ V है अपॉन ਇਹਦੇ ਨਾਲ R1 डिवाइड, दिस इज द वैल्यू ऑफ I1। चेक करो सारे ਨੂੰ ਕੀ ਹੈ, स्टेप समझ लग गया, किसी ਨੂੰ कोई प्रॉब्लम तो नहीं हैगी? सर एक बार रिपीट कर दो। हाँ जी मैं रिपीट कर देना, ते एक छोटी जी मिस्टेक भी हैगी, मैं दोबारा लिख देना जी कि इतने माइनस की थोड़ी जी मिस्टेक कर गया, मैंने दोबारा लिख। देखो जेड़ा पॉइंट A है, A पॉइंट B है, मतलब ये दो पॉइंट्स के विचकार जेड़ा पोटेंशियल डिफरेंस AB है वो इज इक्वल टू की हुंदा अपने कोले, पोटेंशियल डिफरेंस AB है जेड़ा वो V है, क्योंकि अपन पता पैरेलल विच पोटेंशियल डिफरेंस सेम हुंदा ना। ਤਾਂ ਇੱਥੇ ਮੈਂ ਇਸ ਇਕੁਏਸ਼ਨ ਨੂੰ ਕੀ ਲਿਖ ਰਿਹਾਗਾ, ਇਸ ਇਕੁਏਸ਼ਨ ਨੂੰ ਮੈਂ ਲਿਖ ਰਿਹਾ VA minus VB,
मतलब ए वी बी ਨੂੰ ਮੈਂ ਉਸ ਸਾਈਡ ਲੈ ਗਿਆ ਤੇ ਇਹਨੂੰ ਮੈਂ ਲਿਖ ਰਿਹਾ ਐਜ਼ ਇਟ ਇਜ਼ E1 ਮਾਈਨਸ ਆਫ I1 R1। ਤਾਂ ਦੇਖੋ ਇਹ ਕੀ ਹੈ, ਇਹ ਹੋ ਗਿਆ ਪੋਟੈਂਸ਼ੀਅਲ ਡਿਫਰੈਂਸ, ਮਤਲਬ ਇਹਨੂੰ ਮੈਂ V ਲਿਖ ਰਿਹਾ, V potential difference between two points AB मतलब V ਤੇ ਇਸ E1 ਨੂੰ ਇਧਰ ਲੈ ਜਾਓ ਤਾਂ ਮਾਈਨਸ ਆਫ ਕੀ ਬਣ ਗਿਆ E1 which is equal to ਮਾਈਨਸ ਆਫ ਕੀ ਹੋ ਗਿਆ I1 R1। मैं बच्चे की चाहना है, मैं I1 कैलकुलेट करना है, फिर मैं I2 कैलकुलेट करूंगा, दोनों में की करूंगा प्लस करूंगा, मैं माइनस नाल इनू मल्टीप्लाई कर दो ताकि आ गया है E1 माइनस V अपॉन R1 नाल इनू करो डिवाइड which is equal to की हो गया I। देखो जी क्लियर। यस सर। सिमिलरली ਹੁਣ ਕੀ ਹੈ, ਤੁਸੀਂ ਆਪਣੀਆਂ ਕਾਪੀਜ਼ ਤੁਹਾਡੇ ਕੋਲ ਹੈਗੀਆਂ ਨੇ, ਤੁਸੀਂ ਇਸ B2A ਮਤਲਬ ਇਸ E2 ਦੇ ਥਰੂ ਲੂਪ ਲਗਾਓ, ਠੀਕ ਹੈ, ਤੇ ਮੈਨੂੰ ਦੱਸੋ I2 ਦੀ ਵੈਲਿਊ ਕਿੰਨੀ ਆਏਗੀ ਫਟਾਫਟ, ਤੁਹਾਡੇ ਕੋਲੇ 1-2 ਮਿੰਟ ਦਾ ਟਾਈਮ ਹੈ। ਵਿਦਿਨ 1 ਸੈਕਿੰਡ ਵੀ ਤੁਸੀਂ ਇਹਦਾ ਆਨਸਰ ਦੇ ਸਕਦੇ ਹੋ, ਥੋੜਾ ਜਿਹਾ ਦਿਮਾਗ ਲਾਓ। So VA minus I2 R2 plus E2 equal to VB ਇਕੁਅਲ ਟੂ VB। ਤੇ ਜਦੋਂ ਸਾਰੇ ਨੂੰ ਸੋਲਵ ਕਰੋਗੇ ਬੱਚੇ ਫਿਰ I2 ਦੀ ਵੈਲਿਊ ਬਸ ਪਤਾ ਕੀ ਹੈ, ਦੇਖੋ I1 ਹੈ ਤਾਂ E1 ਹੈ, I2 ਜਦੋਂ ਕੈਲਕੂਲੇਟ ਕਰੋਗੇ ਤਾਂ ਆਊਗਾ E2, पोटेंशियल डिफरेंस तो सेम ही रहेगा, दैट इज V अपॉन रेजिस्टेंस किया जाएगा R। आंसर ਤੁਹਾਡਾ बनना चाहिए, ਜੇ ਬਣ ਗਿਆ ਹੋਵੇ ਤਾਂ ਅੱਗੇ ਚੱਲਾਂ। यस सर। ओके दैट्स नाइस। दैट टोटल करंट I ਕੀ ਹੈ I1 plus I2, I1 ਵੀ ਆ ਗਿਆ I2 ਵੀ ਆ ਗਿਆ, ਇਹਨਾਂ ਦੋਨਾਂ ਨੂੰ ਅਸੀਂ ਕਰ ਦਿੰਦੇ ਐਟ। ਮੈਂ ਇਸ ਡਾਇਗਰਾਮ ਨੂੰ ਇੱਥੋਂ ਇਰੇਜ਼ ਕਰ ਦਿਆਂਗਾ, ਥੋੜੀ ਦੀ ਕੈਲਕੂਲੇਸ਼ਨ ਹੈ ਜਿਹੜੀ ਤੁਹਾਨੂੰ ਕਰਨੀ ਪੈਣੀ ਹੈਗੀ, ਇਹ ਡੈਰੀਵੇਸ਼ਨ ਕੀ ਹੈ 3 ਮਾਰਕਸ ਦੇ ਵਿੱਚ ਵੀ ਆ ਜਾਂਦੀ ਹੈ। ਟੋਟਲ ਕਰੰਟ I ਕਿਉਂਕਿ I1 ਕਿੰਨਾ ਹੈ E1, देखो मैंने कल्ले कल्ले नीचे डिवाइड करके लिख सकता E1 अपॉन R1 माइनस V अपॉन R1, मुझे लगता है कोई दिक्कत किसी को नहीं होगी। फिर प्लस इन्हें भी लिख लो E2 अपॉन R2 माइनस V अपॉन R। तो E वाले टर्म्स एक साइड कर लो, मतलब इकट्ठियां कर लो, ते V वाली इकट्ठियां कर लो, तो ये बन गया जी E1 अपॉन R1 प्लस E2 R2 this one and minus इथों V आ गया बच्चे कॉमन, ते बचिया 1 upon R1 plus 1 upon R। इस तो बाद ले लो इधर एलसीएम, देखो इथे एलसीएम कितना आएगा R1 R2, जो देखो इथे डिवाइड करोगे तो E1 दे नाल मल्टीप्लाई होएगा R2 प्लस इथे E2 नाल मल्टीप्लाई होएगा R1 माइनस V, इधर एलसीएम लोगे की आएगा R1 R2 ऊपर क्या आएगा R2 प्लस R1। ए तक देखो किसी को किसी भी स्टेप ਦੇ ਵਿੱਚ प्रॉब्लम होवे तो दस सकता है। एनी प्रॉब्लम? नो सर। ओके ਹੁਣ ਮੈਂ ਕੀ ਕਰਦਾ ਹੈ, ਦੇਖੋ ਆਪਣੇ ਕੋਲ ਨਾ ਇਕੁਏਸ਼ਨ ਬਾਰ-ਬਾਰ ਜਿਹੜੀ ਮੇਨ ਇਕੁਏਸ਼ਨ ਯੂਜ਼ ਹੋਣੀ ਆ ਉਹ ਹੋਣੀ ਹੈ V = E - IR, ਮਤਲਬ ਸਾਡੇ ਕੋਲ ਸਟੈਂਡਰਡ ਇਕੁਏਸ਼ਨ ਇਹ ਹੈ, ਇਹਦੇ ਨਾਲ ਅਸੀਂ ਕੰਪੈਰੀਜ਼ਨ ਕਰਨਾ ਹੁੰਦਾ ਹੈ ਤੇ V ਸਾਡੇ ਕੋਲੇ ਕਾਚ ਹੁੰਦਾ ਹੈ प्लस, ਤਾਂ ਮੈਂ ਇਸ ਰਾਈਟ ਹੈਂਡ ਵਾਲੀ ਟਰਮ ਨੂੰ ਮੈਂ ਲੈਫਟ ਹੈਂਡ ਸਾਈਡ ਲੈ ਜਾਣਾ ਤਾਂ ਕੀ ਬਣੂਗਾ प्लस ਦਾ V R1 plus R2 प्लस चाहे मैं लिख सकता था अपॉन नीचे क्या आ जाएगा R1 R2 इक्वल टू E नु मैं एज इट इज ऐसे रखदा है E1 R2 प्लस E2 R1 अपॉन R1 R2 ते इस I नु मैं राइट हैंड साइड ले जाना माइनस द I। देखो जी स्टेप क्लियर है? यस सर। गुड। हुण देखो इस इक्वेशन नाल इनू कंपेयर करो, ਇੱਥੇ ਹੈਗਾ V ਬਟ V ਦੇ ਨਾਲ ਇੱਕ ਟਰਮ ਆ ਰਹੀ ਹੈ
ਜਿਹੜੀ ਸਾਨੂੰ ਕਿ ਨਹੀਂ ਚਾਹੀਦੀ, that means ਅਸੀਂ ਇਸ ਟਰਮ ਨੂੰ ਕਿਸੇ ਤਰੀਕੇ ਦੇ ਨਾਲ ਰਿਮੂਵ ਕਰਨਾ। ਤਾਂ ਕੀ ਕਰਾਂਗੇ ਆਪਾਂ ਦੋਨੋਂ ਸਾਈਡਸ ਇਸ ਟਰਮ ਦੇ ਨਾਲ ਡਿਵਾਈਡ ਕਰ ਦੋ, ਚਾਹੇ ਤਾਂ ਤੁਸੀਂ ਇਹ ਬੋਲ ਦੋ ਵੀ ਡਿਵਾਈਡਡ both sides by this term, मतलब r1 plus r2 upon r1 plus r2, ਚਾਹੇ ਇਸ ਟਰਮ ਨੂੰ ਇਸ ਸਾਈਡ ਤੋਂ ਇਹਦੇ ਨਾਲ ਡਿਵਾਈਡ ਕਰ ਦੋ, ਗੱਲ ਇੱਕੋ ਹੀ ਹੈ। ਤਾਂ ਮੈਂ ਕੀ ਕਰੂੰਗਾ ਜਦੋਂ ਇਸ ਨੂੰ ਇਹਦੇ ਨਾਲ ਡਿਵਾਈਡ ਕਰੂੰਗਾ ਤਾਂ ਸਟੈਪ ਬੜਾ ਹੀ ਧਿਆਨ ਨਾਲ ਦੇਖਿਓ, ਮੈਂ ਬਿਲਕੁਲ ਸਲੋ ਲਿਖੂੰਗਾ v which is equal to, ਇਹ ਹੋ ਗਿਆ e1 r2 plus e2 r1 upon r1 r2। देखो ए वाली टर्म ਇਹਦੇ ਨਾਲ ਡਿਵਾਈਡ ਕਰੋਗੇ ਤਾਂ ਮਲਟੀਪਲਾਈ ਦੇ ਵਿੱਚ ਇਹ ਆਪੋਜ਼ਿਟ मतलब ਇਹ ਤੋਂ ਉਲਟਾ ਲਿਖਿਆ ਜਾਊਗਾ, ਇਹ ਕੀ ਲਿਖਿਆ ਜਾਊਗਾ r1 r2 अपॉन ਕੀ ਹੈ r1 plus r2। ਆ ਸਟੈਪ ਦੇਖੋ ਕਲੀਅਰ ਹੈ। यस सर। ओके, फिर इस तो बाद माइनस i अपॉन ਇਹਦੇ ਨਾਲ ਡਿਵਾਈਡ ਕਰੋਗੇ ਤਾਂ ਨੀਚੇ ਆ ਜਾਏਗਾ ਜੀ r1 plus r2, ऊपर हो की चल जाएगा r1 मल्टीप्लाई r2। देखो r1 r2 नाल r1 to r2 कैंसल, तो v इज इक्वल टू बच्चे की बचा दैट इज e1 r2 प्लस e2 r1 अपॉन r1 प्लस r2 माइनस i r1 r2 अपॉन r1 प्लस r। This is our final answer। कंपेयर करके देखो बिल्कुल सेम इक्वेशन बन रही है, v that means e ਦੀ ਜਗ੍ਹਾ ਤੇ ਆ ਟਰਮ ਆ ਰਹੀ ਹੈ, that means this is the e net। अगर दो ਅਸੀਂ ਸੈਲਸ ਨੂੰ ਪੈਰਲਲ ਦੇ ਵਿੱਚ ਕੰਬਾਈਨ ਕਰਦੇ ਤਾਂ e net ਇੰਨੀ ਹੋਏਗੀ, मतलब e ਦੀ ਕਿਸੇ ਇੱਕ ਬੈਟਰੀ ਦੀ EMF E1 ਰੈਜ਼ਿਸਟੈਂਸ ਦੂਸਰੇ ਦਾ ਪਲੱਸ ਦੂਸਰੇ ਦੀ EMF ਰੈਜ਼ਿਸਟੈਂਸ ਫਸਟ ਦਾ अपॉन r1 plus r2 माइनस i। ਆ ਦੇਖੋ r, ਜੇ ਤੁਹਾਨੂੰ ਯਾਦ ਹੋਵੇ ਪੈਰਲਲ ਦੇ ਵਿੱਚ ਰੈਜ਼ਿਸਟੈਂਸ ਦਾ ਫਾਰਮੂਲਾ ਕੀ ਹੁੰਦਾ ਸੀ, ਦੋਨਾਂ ਦੀ ਪ੍ਰੋਡਕਟ ਕਰੋ अपॉन ਦੋਨਾਂ ਦਾ ਸਮ ਕਰੋ। ਤਾਂ ਇਹਦਾ ਮਤਲਬ ਅਸੀਂ ਇੱਥੋਂ ਕਨਕਲੂਜਨ ਬਣਾ ਕੇ ਕੀ ਲਿਖਾਂਗੇ ਕਿ ਪੈਰਲਲ ਕੰਬੀਨੇਸ਼ਨ ਦੇ ਵਿੱਚ ਜੋ ਬੱਚੇ E net ਹੁੰਦੀ ਹੈ for two cells that is E1 R2 plus E2 R1 upon R1 plus R2। ਇਹਦੇ ਵਿੱਚੋਂ ਬਹੁਤ ਵਾਰੀ CBSE ਬੋਰਡ ਦੇ ਵਿੱਚ ਕੀ ਹੈ ਨੂਮੈਰੀਕਲ ਆਉਂਦਾ ਹੈ, ਪੰਜਾਬ ਬੋਰਡ ਵਾਲੇ ਤਾਂ ਭੁੱਲ ਜਾਓ, ਪੰਜਾਬ ਬੋਰਡ ਵਾਲੇ ਨੂਮੈਰੀਕਲ ਨਹੀਂ ਆਉਂਦਾ, ਉਹਨਾਂ ਤੱਕ ਇਹ ਡੈਰੀਵੇਸ਼ਨ ਹੀ ਆ ਸਕਦੀ ਹੈ। ਤੇ R net ਸਾਨੂੰ ਪਹਿਲਾਂ ਵੀ ਪਤਾ ਸੀ ਬਟ ਅਸੀਂ ਇੱਥੇ ਵੀ ਦੇਖ ਲਿਆ ਕਿ R net ਦਾ ਫਾਰਮੂਲਾ ਪੈਰਲਲ ਦੇ ਵਿੱਚ ਸੇਮ ਉਹੀ। ਲਓ ਜੀ, ਐਨੀ ਪ੍ਰੋਬਲਮ ਤਾਂ ਤੁਸੀਂ ਮੈਨੂੰ ਦੱਸ ਸਕਦੇ सर एक बार दोबारा दस दो। हाँ जी, मैं बिल्कुल इथों स्टार्टिंग तो दसदा क्योंकि इतो पहले तो मैं डायग्राम की यूज करती। नहीं सर इथों v is equal to आ ਜਿਹੜੀ ਤੁਸੀਂ ਬਣਾਈ ਹੈ बिल्कुल ਇਹ ਸਟੈਪ ਨਾ ਇੱਕ ਵਾਰੀ ਤੁਹਾਨੂੰ ਖੁਦ ਕਾਪੀ ਪੈਨ ਚੱਕ ਕੇ ਕਰਨਾ ਪਊਗਾ, ਮੈਂ ਤੁਹਾਨੂੰ ਦੱਸ ਦਾਂ ਮੈਂ ਕੀਤਾ ਕੀ ਹੈ। ਠੀਕ ਹੈ, ਆ ਦੇਖੋ ਮੈਂ ਇਸ ਇਕੁਏਸ਼ਨ ਤੱਕ ਪਹੁੰਚ ਗਿਆ ਸੀਗਾ, मतलब ਇਹ ਸਾਈਡ ਮੈਂ ਕੀ ਕੀਤਾ, ਇਹਨੂੰ ਮੈਂ ਲੈਫਟ ਹੈਂਡ ਸਾਈਡ ਲੈ ਗਿਆ ਤਾਂ ਇਹ ਵਾਲੀ ਟਰਮ ਬੱਚੇ ਬਣ ਗਈ ਪੋਜ਼ਿਟਿਵ ਦੀ। ਠੀਕ ਹੈ, ਇਹ ਟਰਮ ਐਜ਼ ਇਟ ਇਜ਼ ਪੋਜ਼ਿਟਿਵ ਥੀ ਹੈਗੀ ਹੈ ਤੇ ਇਹ ਪਲੱਸ i ਨੂੰ ਮੈਂ ਰਾਈਟ ਹੈਂਡ ਸਾਈਡ ਲੈ ਗਿਆ ਤਾਂ ਮਾਈਨਸ ਦਾ ਬਣ ਗਿਆ। ਹੁਣ ਮੈਂ ਚਾਹੁੰਦਾ ਵੀ ਮੇਰੇ ਕੋਲੇ ਆ ਟਰਮ ਨਹੀਂ ਚਾਹੀਦੀ ਮੈਨੂੰ r1 plus r2 upon r1 r2, ਕਿਉਂਕਿ ਇਸ ਮੇਨ ਇਕੁਏਸ਼ਨ ਦੇ ਵਿੱਚ ਓਨਲੀ ਸਾਡੇ ਕੋਲੇ v ਹੁੰਦਾ ਹੈ। ਤਾਂ ਮੈਂ ਇਸ ਸਾਰੀ ਟਰਮ ਨੂੰ ਇਸ ਇਕੁਏਸ਼ਨ ਦੇ ਨਾਲ मतलब ਰਾਈਟ ਹੈਂਡ ਸਾਈਡ ਵੱਲ ਨਾਲ ਡਿਵਾਈਡ ਕਰਤਾ, मतलब ਆਪਾਂ ਕਹਿੰਦੇ ਨੀਚੇ ਲੈ ਕੇ ਆਪਾਂ ਇਹਨੇ ਡਿਵਾਈਡ ਕਰਤਾ। ਤਾਂ ਜਦੋਂ ਮੈਂ ਨੀਚੇ ਨੂੰ ਲੈ ਕੇ ਜਾਊਂਗਾ ਤਾਂ ਇਹਦੇ ਨੀਚੇ ਜਾਏਗਾ ਤਾਂ ਆਬਵੀਅਸਲੀ ਜਦੋਂ ਉਹਨੂੰ ਤੁਸੀਂ ਸੋਲਵ ਕਰੋਗੇ ਤਾਂ ਉਹ ਰੈਸੀਪ੍ਰੋਕਲ ਚ ਆ ਜਾਏਗਾ। ਆ ਦੇਖੋ ਪਹਿਲਾਂ ਉੱਪਰ ਕੀ ਸੀ r1 plus r2, ਹੁਣ ਇਹ ਨੀਚੇ ਆ ਗਿਆ r1 plus r2, नीचे की सी r1 r2 ये ऊपर चल गया r1 r2, तो r1 r2 की हो गया कैंसिल, तो कैंसिल हो गया तो साडे कोल ए बचया ते इस साइड की हो गया, इस साइड भी हो गया। देखो r1 r2 ऊपर आ गया, r1 plus r2 नीचे आ। ठीक है, फिर मैं कंपेयर कर लिया इक्वेशन दे नाल, मैनू पता लग गया दो सैल्स दी EMF दा फार्मूला ही होता है। ਇਹਦਾ मतलब ਜੇ ਤੁਹਾਨੂੰ 3 ਸੈਲਸ ਵਾਸਤੇ ਕੰਬੀਨੇਸ਼ਨ ਆ ਜੇ ਤਾਂ ਤੁਸੀਂ ਸਿੱਧਾ ਡਾਇਰੈਕਟ ਨਹੀਂ ਲਿਖ ਸਕਦੇ ਇਹਨੂੰ, ਜੇ ਕਿਸੇ ਦੀ ਕੈਲਕੂਲੇਸ਼ਨ ਸਟਰੋਂਗ ਹੈ ਤਾਂ ਉਹ ਤਾਂ ਲਿਖ ਸਕਦਾ, ਅਦਰਵਾਈਜ਼ ਨਹੀਂ ਲਿਖ ਸਕਦਾ। क्योंकि ਤੁਹਾਨੂੰ ਫਿਰ ਕੀ ਕਰਨਾ ਪਊਗਾ, ਜੇ ਦੋ ਸੈੱਲ ਵਾਸਤੇ E1 upon R1 plus E2 upon R2 ਲਿਖ ਰਹੇ ਹੋ ਤਾਂ ਤਿੰਨ ਸੈੱਲ ਵਾਸਤੇ ਇੱਕ ਫੰਕਸ਼ਨ ਇੱਥੇ ਹੋਰ ਆਏਗਾ plus E3 by R3। ਰੈਜ਼ਿਸਟੈਂਸ ਦਾ ਫਾਰਮੂਲਾ ਕੀ ਆਏਗਾ plus 1 by R3 ਹੋਰ ਐਡ ਹੋ ਜਾਏਗਾ, ਫਿਰ ਤੁਹਾਨੂੰ ਸਾਰਾ ਉਹ ਸੋਲਵ ਕਰਨਾ ਪਏਗਾ। ਠੀਕ ਹੈ ਜੀ, ਫਿਰ ਅਸੀਂ ਇਹਦੇ ਵਿੱਚ ਬਣਾਉਣੇ ਆ ਸਪੈਸ਼ਲ ਕੇਸ। ਸਪੈਸ਼ਲ ਕੇਸ ਕੀ ਹੈ, ਆਇਡੈਂਟੀਕਲ ਸੈਲਸ ਦਾ, मतलब for
टू आइडेंटिकल सेल्स। जे साडे कोल दो आइडेंटिकल सैल होण तां देखो ई नैट साडे कोल है, देखो आइडेंटिकल दा मतलब E1 जिहड़ी हैगी वो भी E होएगी, दूसरे सैल दी EMF भी E होएगी, पहले रेजिस्टेंस दा मतलब जो पहली सैल दा जो रेजिस्टेंस है अगर R है तां दूसरे दा भी की है रेजिस्टेंस R होएगा। तां आ फार्मूला तुहाडे याद होएगा दो वास्ते E नेट कितना आ जाएगा, दैट इज E R प्लस E R अपॉन कितना आ जाएगा बच्चे 2R, दैट इज E 2ER अपॉन कितना होगा बच्चे 2R, R नाल R कैंसल, 2 नाल 2 कैंसल, E नेट इज इक्वल टू किया गया E। आ देखो दिस इज वेरी इंपॉर्टेंट। पैरेलल ਦੇ ਵਿੱਚ ਅਸੀਂ ਕੀ कहने ਹੁੰਨੇ ਆ ਕਿ ਜਿੰਨੇ ਮਰਜ਼ੀ ਅਸੀਂ ਬੈਟਰੀਆਂ ਲਾਈ ਜਾਈਏ पोटेंशियल की रहता सेम एज इट इज। अगर ਤੁਸੀਂ ਕੀ आइडेंटिकल ਸੈਲਸ ਲਗਾਓਗੇ ਤਾਂ ਜਿਹੜੀ E ਨੈਟ ਹੋਏਗੀ ਪੈरेलल ਦੇ ਵਿੱਚ ਉਹ ਵੀ ਕੀ ਹੈ ਬੱਚੇ सेम ਆਏਗੀ E। सिमिलरली ਤੁਸੀਂ ਕੀ ਹੈ R ਨੈਟ ਵੀ ਕੈਲਕੂਲੇਟ ਕਰ ਸਕਦੇ ਹੋ। R net की है आइडेंटिकल है, दैट मींस कि आ जाएगा R स्क्वायर अपॉन कितना आ जाएगा दैट इज 2R। ये भी ਅਸੀਂ ऑलरेडी पढ़ चुके हैं, दैट मींस कितना आएगा R/2। ਤਾਂ ਆਪਣੇ ਦੋ ਤਰ੍ਹਾਂ ਦੇ ਕੀ ਹੈ ਇਹ ਕੰਬੀਨੇਸ਼ਨਸ ਹੋ ਗਏ, ਸੀਰੀਜ਼ ਤੇ ਗਰੁੱਪਿੰਗ। ਫਿਰ ਇਹਨਾਂ ਦਾ ਵੀ ਅੱਗੇ ਇੱਕ ਫਾਦਰ ਹੈ ਜਿਹੜਾ ਹੈਗਾ ਮਿਕਸਡ ਗਰੁੱਪਿੰਗ, ਮਤਲਬ ਕੁਝ ਇਹੋ ਜਿਹਾ ਕੰਬੀਨੇਸ਼ਨ ਜਿਹਦੇ ਵਿੱਚ ਸੀਰੀਜ਼ ਵੀ ਹੋਵੇ ਪੈਰਲਲ ਵੀ ਹੋਵੇ। ਇਹਦੇ ਨਾਲ ਦਾ ਇੱਕ ਨੂਮੈਰੀਕਲ ਆਪਾਂ ਕੈਪੈਸਿਟਰ ਚ ਕੀਤਾ ਸੀ ਜਦੋਂ ਮੈਂ ਤੁਹਾਨੂੰ ਕਿਹਾ ਸੀ ਵੀ ਕੁਝ ਸਟੂਡੈਂਟਸ ਨੇ ਉਹਨਾਂ ਨੇ ਕੁਝ ਆਈ ਥਿੰਕ ਮੇਰੇ ਯਾਦ ਨਹੀਂ ਹੈਗਾ ਮਤਲਬ 10 ਮਾਈਕਰੋ ਫੈਰਡ ਕੈਪੈਸਿਟੀ ਦਾ ਕੋਈ ਕੈਪੈਸਿਟਰ ਤਿਆਰ ਕਰਨਾ ਸੀਗਾ। ਉਹਨਾਂ ਕੋਲੇ ਕੁਝ ਕੈਪੈਸਿਟਰ ਸੀਗੇ, ਫਿਰ ਆਪਾਂ ਕੁਝ ਕੈਪੈਸਿਟਰ ਸੀਰੀਜ਼ ਚ ਲਗਾਏ ਸੀਗੇ, ਕੁਝ ਕੈਪੈਸਿਟਰ ਆਪਾਂ ਪੈਰਲਲ ਚ ਲਗਾਏ ਸੀ। ठीक है, एज इट इज ਅਸੀਂ ਕੀ ਹੈ ਇੱਕ ਫਾਰਮੂਲਾ ਇਹਦੇ ਵਿੱਚ ਵੀ ਬਣਾਵਾਂਗੇ। ਅਗਰ ਸੈਲਸ ਨੂੰ ਮਤਲਬ ਸੀਰੀਜ਼ ਚ ਵੀ ਲਗਾਈਏ ਤੇ ਪੈਰਲਲ ਚ ਵੀ ਲਾਈਏ ਉਹਨੂੰ ਬੋਲਦੇ ਆ ਮਿਕਸਡ ਗਰੁੱਪਿੰਗ, ਮਤਲਬ ਸੀਰੀਜ਼ ਪਲੱਸ ਪੈਰਲਲ ਹੋ ਗਿਆ। ਤਾਂ ਉਹਦਾ ਫਾਰਮੂਲਾ ਕੀ ਹੋਏਗਾ ਉਹ ਆਪਾਂ ਨੈਕਸਟ ਲੈਕਚਰ ਚ ਕਰਾਂਗੇ। ਠੀਕ ਹੈ ਜੀ, ਅੱਜ ਵਾਲੇ ਲੈਕਚਰ ਦੇ ਵਿੱਚ ਫਿਲਹਾਲ ਇੰਨਾ ਹੀ ਕਰਾਂਗੇ। ਤੇ ਅਗਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸੋ ਕਿਉਂਕਿ ਇਹ ਕਾਫੀ ਇੰਪੋਰਟੈਂਟ ਕੀ ਹੈ ਟੌਪਿਕ ਹੈ। ਮੈਂ ਤੁਹਾਨੂੰ ਫਿਰ ਇੱਕ ਅੱਧਾ ਕੁਐਸਚਨ ਇਹਦਾ ਪਾਉਣਾਗਾ ਫਿਰ ਤੁਸੀਂ ਮੈਨੂੰ ਕੁਐਸਚਨ ਸੋਲਵ ਕਰਕੇ ਦਿਖਾਓ। ਕਲੀਅਰ ਹੈ ਬੱਚੇ ਸਾਰਿਆਂ ਨੂੰ? यस सर बोर्ड ब्लर है। बोर्ड ब्लर ਉਹ ਪਤਾ बोर्ड हाँ बोर्ड ब्लर हो ਰਿਹਾ ਜੀ, ਤੁਸੀਂ ਦੱਸਿਆ ਨਹੀਂ ਹੈਗਾ। ਅਸਲ 'ਚ ਪਤਾ ਕੀ ਇਹ ਮਾਰਕਰ ਦੀ ਇੰਕ ਖਤਮ ਹੋ ਗਈ ਤਾਂ ਲੱਗ ਰਿਹਾ ਥੋੜਾ ਜਿਹਾ, ਅਦਰਵਾਈਜ਼ ਤਾਂ द्वारे मालूम। ਚਲੋ ਮੈਂ ਕੁਐਸਚਨ ਲਿਖ ਰਿਹਾ ਜੀ ਤੁਹਾਡੇ ਵਾਸਤੇ, ਠੀਕ ਹੈ। क्वेश्चन अपने कापी पेन अपने कोले रखो। हाँ जी, क्वेश्चन है जी a cell of EMF 2 volt and internal resistance ਨੂੰ ਮੈਂ small r ਨਾਲ ਹੀ ਲਿਖ ਦਾਂਗਾ 0.1 ohm। ਆ ਧਿਆਨ ਰੱਖਿਓ this is a internal resistance small r is connected to a 3.9 ohm external resistance what is the potential difference across the terminal? लो जी, very simple numerical potential difference across the terminals of battery तुसी calculate करना, फटाफट करो calculate।
ਜਿਹਦਾ ਵੀ ਆਨਸਰ ਆ ਜਾਏ ਜੀ ਉਹ ਆਨਸਰ ਆਪਣਾ ਬੋਲ ਸਕਦਾ ਹੈ। सेकंड क्वेश्चन में लिख रहे थे a battery of EMF 3 volt and internal resistance R is connected in series with a resistor of 55 ohm through an ammeter of resistance 1 ohm. The ammeter reads 50 milliampere. Draw circuit diagram and calculate the value of R. तो जी क्वेश्चन है करो। फर्स्ट क्वेश्चन का किसी का आंसर आ गया होवे तो दस सकते जी हो। 1.95 वोल्ट। वेरी गुड, बिल्कुल राइट आंसर है जी। बहुत सिंपल क्वेश्चन सीगा व्हाट 1.95 वोल्ट। वेरी गुड। कोई ਇਹੋ ਜਿਹਾ ਸਟੂਡੈਂਟ ਜਿਹਨੂੰ ਫਰਸਟ ਕੁਐਸਚਨ ਦਾ ਨਾਮ ਪਤਾ ਲੱਗਿਆ ਹੋਵੇ ਉਹ ਮੈਨੂੰ ਦੱਸ ਸਕਦਾ ਹੈ ਤੇ ਸੈਕੰਡ ਕੁਐਸਚਨ ਅਦਰਵਾਈਜ਼ ਸਟਾਰਟ ਕਰੋ। सर ਦੱਸ ਦਿਓ ਇੱਕ ਵਾਰ। फर्स्ट क्वेश्चन ਹਾਂਜੀ ਸਰ। हाँ जी कोई दिक्कत नहीं, मैं ਤੁਹਾਨੂੰ ਕਹਿ ਰਿਹਾ ਵੀ ਪੁੱਛੋ, ਕੋਈ ਦਿੱਕਤ ਨਹੀਂ ਹੈਗੀ। ਦੇਖੋ ਜੇ ਤੁਸੀਂ ਪੁੱਛੋਗੇ ਨਹੀਂ ਫਿਰ ਮੈਨੂੰ ਪਤਾ ਨਹੀਂ ਲੱਗੂ। ਦੇਖੋ ਸਾਨੂੰ ਪਤਾ E is equal to V plus IR ਹੁੰਦਾ ਹੈ। देखो EMF सेल ਤੁਹਾਨੂੰ given है that means 2। अच्छा पोटेंशियल डिफरेंस ਅਸੀਂ ਅਕ੍ਰੋਸ ਦਾ ਇਲੈਕਟ੍ਰੋਡਸ ਅਸੀਂ फाइंड करना है, ठीक है। ਲੈਕਚਰ ਬੱਚੇ ਆਪਣਾ ਡਿਸਕਨੈਕਟ ਹੋਣ ਵਾਲਾ ਹੀ ਹੈ, ਦੁਬਾਰਾ ਤੋਂ ਕਨੈਕਟ ਕਰ ਲਿਓ। प्लस अच्छा ਉਸ ਤੋਂ ਬਾਅਦ ਸਾਨੂੰ ਕੀ ਹੈ ਇੰਟਰਨਲ ਰੈਜ਼ਿਸਟੈਂਸ ਦਿੱਤਾ ਹੋਇਆ ਹੈ। ਓਕੇ ਇਹਦੇ ਵਿੱਚ ਥੋੜੀ ਜਿਹੀ ਮੋਡੀਫਿਕੇਸ਼ਨ ਆਪਾਂ ਨੂੰ ਕਰਨੀ ਪਊਗੀ। ਤਾਂ ਪਹਿਲਾਂ ਮੈਂ ਤੁਹਾਨੂੰ ਇਹ ਲਿਖ ਕੇ ਦੇ ਦੇਣਾ ਵੀ ਇਹਦੇ ਵਿੱਚ ਕੀ ਕੁਝ ਗਿਵਨ ਹੈ। EMF ਆਪਾਂ ਨੂੰ ਗਿਵਨ ਹੈ 2 ਵੋਲਟ, ਤਾਂ ਹੀ ਤੁਹਾਡੇ ਤੋਂ ਹੋਇਆ ਨਹੀਂ ਹੈ, ਹੈਗਾ ਸੌਖੀ ਹੈ ਪਰ ਥੋੜਾ ਜਿਹਾ ਮਤਲਬ ਮੋਡੀਫਿਕੇਸ਼ਨ ਕਰਨੀ ਪਊਗੀ। ਤੇ ਆਪਾਂ ਨੂੰ ਐਕਸਟਰਨਲ ਰੈਜ਼ਿਸਟੈਂਸ ਦਿੱਤਾ ਕਿੰਨਾ 3.9। ਆ ਦੇਖੋ ਇਕੁਏਸ਼ਨ ਆਪਣੇ ਕੋਲੇ E = V + IR ਹੁੰਦੀ ਹੈ ਨਾ। ਅੱਛਾ V ਤਾਂ ਅਸੀਂ ਕੈਲਕੂਲੇਟ ਕਰਨਾ ਹੈ, V ਅਸੀਂ ਕੀ ਕਰਨਾ ਹੈ ਕੈਲਕੂਲੇਟ ਕਰਨਾ ਪਲੱਸ I × R। ਹੁਣ ਤੁਹਾਡੇ ਕੋਲੇ ਕੀ ਹੈ I ਨਹੀਂ ਗਿਵਨ ਹੈਗਾ ਵੀ I ਕਿੰਨਾ ਹੈ ਨਾ, ਤਾਂ ਹੀ ਕੀ ਹੈ ਤੁਹਾਨੂੰ ਕੀ ਹੈ ਦਿੱਕਤ ਆ ਰਹੀ ਹੈ ਵੀ I ਕਿੱਦਾਂ ਕੈਲਕੂਲੇਟ ਕਰੀਏ। ਤਾਂ I ਨੂੰ ਤੁਸੀਂ ਕੈਲਕੂਲੇਟ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਤਾਂ ਇਹਦੇ ਵਾਸਤੇ ਤੁਸੀਂ ਕੀ ਕਰੋ ਦੇਖੋ ਮਤਲਬ V ਅਸੀਂ ਫਾਈਂਡ ਕਰਨਾ ਹੈ, E ਮਾਈਨਸ ਕੀ ਹੋਏਗਾ IR। ਦੇਖੋ I ਨੂੰ ਕਿਵੇਂ ਕੈਲਕੂਲੇਟ ਕਰ ਸਕਦੇ ਹੋ, ਲਾਓ ਜਿਹੜਾ I ਹੁੰਦਾ ਬੱਚੇ ਉਹ ਆਪਣੇ ਕੋਲੇ ਹੁੰਦਾ E/R + R। ਇਹ ਡਾਇਰੈਕਟ ਫਾਰਮੂਲਾ ਤੁਸੀਂ ਵੀ ਯਾਦ ਕਰ ਸਕਦੇ ਹੋ। ਜੇ ਤੁਹਾਨੂੰ ਡਾਇਰੈਕਟ ਨਹੀਂ ਵੀ ਬਣਾਉਣਾ ਹੁੰਦਾ ਤਾਂ ਵੀ ਤੁਸੀਂ ਬਣਾ ਸਕਦੇ ਹੋ। ਇਸੇ ਇਕੁਏਸ਼ਨ ਦੀ ਬਣਾਉਣਾ ਹੈ, ਕਿਵੇਂ ਬਣਾਉਣਾ ਉਹ ਦੇਖ ਲਓ। ਆ ਦੇਖੋ E = V ਕੀ ਹੁੰਦੀ ਹੈ ਪੋਟੈਂਸ਼ੀਅਲ ਅਕ੍ਰੋਸ ਲੋਡ ਰੈਜ਼ਿਸਟੈਂਸ, ਜਿਹੜਾ ਐਕਸਟਰਨਲ ਰੈਜ਼ਿਸਟੈਂਸ ਮਤਲਬ IR plus I into ਕੀ ਸਮਾਲ r। ਮੈਂ V ਦੀ ਜਗ੍ਹਾ ਤੇ ਕੀ ਪੁੱਟ ਕਰਤਾ IR ਅਕੋਰਡਿੰਗ ਟੂ ਓਮਸ ਲੋ। I ਕਾਮਨ ਕੱਢ ਲਓ ਤਾਂ ਕੀ ਹੋ ਗਿਆ R + R। ਤਾਂ ਦੇਖੋ I ਕਿੰਨਾ ਆਊਗਾ ਇੱਥੋਂ E/R + R।
ਤਾਂ ਇੱਥੋਂ ਤੁਸੀਂ ਤੁਹਾਨੂੰ E ਵੀ ਗਿਵਨ ਹੈ, कैपिटल R भी गिवन है, स्मॉल r भी गिवन है, पुट करो I आ जाऊगा, इस I की वैल्यू इत्थे पुट कर दो, E गिवन है ਤੁਹਾਡੇ ਕੋਲ भी है। क्लियर? सेकंड क्वेश्चन सॉल्व करो जी। हाँ जी, सेकंड क्वेश्चन भी सॉल्व करो, अगर कोई प्रॉब्लम आती है तो मैंने दसो। 4 ohm सर। सेकंड का आंसर कितना? 4। वेरी गुड, बिल्कुल सही है। 4 ओम इज आर राइट आंसर। साक्षी ने दो आंसर दसे ने, दोनों ही बिल्कुल सही ने, बहुत अच्छे। हाँ जी, बाकी भी ट्राई करो। इन्हें मैं एक क्वेश्चन होर लिख दांगा, जे ये नहीं आएगा फिर मैं करवाऊंगा। एक सानू सर्किट गिवन है जी, कुछ इदां दा सानू सर्किट गिवन है, जिन्ने भी रेजिस्टेंस लगे हुए ने, इत्थे भी एक रेजिस्टेंस है, ये सारे रेजिस्टेंस 1 ओम दे ने, ठीक है जी। ते इथों असी की है, एक बैटरी कनेक्ट की हुई है, जां एक सैल कह दो कनेक्ट किया हुआ है, जिहदा अपना एक इंटरनल रेजिस्टेंस भी है। ये बैटरी पिछे हैगी 1 वोल्ट दी, ते जिहड़ा इहदा इंटरनल रेजिस्टेंस है वो हैगा 2/3 ओम, ठीक है। आ कोई पॉइंट्स A B C D तुसीं अपनी मर्जी नाल रख भी सकदे हो, ठीक है। तो इन्हां नूं आपां नूं कहा कि है, कहंदे तुसीं ये दसो भी कितना करंट इस सर्किट दे विचों फ्लो करेगा, ठीक है। ते बस करंट कैलकुलेट करना है फटाफट। जिन्हां दा कि ये वाला क्वेश्चन हो गया वो अगले क्वेश्चन ते पहुंचन। ते किन्ने स्टूडेंट्स ने जिन्हां नूं सैकंड क्वेश्चन समझ नहीं आया है? सर मैनू समझ नहीं आया। ओके, वेरी गुड। हाँ जी, होर? सर मैनू भी नहीं आया। ओके, मैनू भी नहीं आया। कोई गल नहीं, बस मैं सुन के थोड़ा बोलना मैटर बहुत करता जी। कोई गल नहीं, जिन्हां नूं हो गया वो थर्ड क्वेश्चन सॉल्व करन, जिन्हां तो नहीं होया वो सैकंड क्वेश्चन आपां देखते हैं। तो आपां नूं कह की रहे ने, एक बैटरी है जिहदी EMF की है 3 वोल्ट है, सानूं गिवन की है EMF 3 वोल्ट। इंटरनल रेजिस्टेंस सानूं की है नहीं पता हैगा, असी R लिख लिया, असी फाइंड करना इज कनेक्टेड इन सीरीज। कहंदे सानू एक गल इत्थे साफ कीती है इन्हां ने, कहंदे EMF 3 वोल्ट ਉਹਦਾ इंटरनल रेजिस्टेंस डेफिनेटली ਉਹਦੇ ਨਾਲ ਹੋਏਗਾ, ਤੇ ਇਹ ਜੇ ਕਨੈਕਟ ਕੀਤਾ ਹੋਇਆ ਹੈ ਸੀਰੀਜ਼ ਦੇ ਵਿੱਚ ਇੱਕ ਰੈਜ਼ਿਸਟਰ, ਮਤਲਬ ਆ ਜਿਹੜਾ ਰੈਜ਼ਿਸਟੈਂਸ ਹੈ ਉਹ ਸੀਰੀਜ਼ 'ਚ ਲੱਗਿਆ ਹੋਇਆ ਹੈ। ਤਾਂ ਮੈਂ ਪਹਿਲਾਂ ਇੰਨੀ ਇੱਕ ਡਾਇਗਰਾਮ ਬਣਾਉਣਾ, ਮਤਲਬ ਮੈਂ ਇੱਕ ਆ ਸੈੱਲ ਬਣਾ ਦੇਣਾ, ਆ ਨਾਲ ਇਹਦਾ ਇੰਟਰਨਲ ਰੈਜ਼ਿਸਟੈਂਸ ਹੋ ਗਿਆ ਇੱਕ, ਇਹ ਸੈੱਲ ਦੀ EMF E, ਇਹਦਾ ਇੰਟਰਨਲ ਰੈਜ਼ਿਸਟੈਂਸ R। ਹੁਣ ਸੀਰੀਜ਼ ਦਾ ਮਤਲਬ ਬੱਚੇ ਆਪਾਂ ਨੂੰ ਪਤਾ ਇੱਕ ਰਸਤਾ, ਤਾਂ ਇਸੇ ਕਿਸੇ ਰਸਤੇ ਵਿੱਚ ਮੈਂ ਕਿਤੇ ਵੀ मैं एक रेजिस्टेंस लगा देना, दिस इज अ कोई रेजिस्टेंस, ये एक्सटर्नल रेजिस्टेंस R है जिसकी वैल्यू कितनी है 55 ओम। ओके, थ्रू एन एमीटर ऑफ रेजिस्टेंस 1 ओम। ਹੁਣ ਬੱਚੇ ਐਮੀਟਰ ਛੋਟੀਆਂ ਕਲਾਸਾਂ 'ਚ ਅਸੀਂ ਪੜ੍ਹਦੇ ਹੁੰਦੇ ਸੀ, ਐਮੀਟਰ ਕੀ ਹੈ? ਇੱਕ ਅਜਿਹੀ ਡਿਵਾਈਸ ਹੈ ਜਿਹੜੀ ਕਰੰਟ ਨੂੰ ਮੈਜ਼ਰ ਕਰਦੀ ਹੈ। ਐਮੀਟਰ ਇੱਕ ਅਜਿਹੀ ਡਿਵਾਈਸ ਹੈ ਜਿਹੜੀ ਕਿਹਨੂੰ ਮੈਜ਼ਰ ਕਰਦੀ ਹੈ? ਕਰੰਟ ਨੂੰ ਮੈਜ਼ਰ ਕਰਦੀ ਹੈ। ਤੇ ਐਮੀਟਰ ਇਜ਼ ਆਲਵੇਜ਼ ਕਨੈਕਟਡ ਇਨ ਸੀਰੀਜ਼ ਕੰਬੀਨੇਸ਼ਨ। ਤੇ ਤੁਸੀਂ ਵੋਲਟਮੀਟਰ ਪੜ੍ਹਦੇ ਹੁੰਦੇ ਸੀ, ਵੋਲਟਮੀਟਰ ਇਜ਼ ਕਨੈਕਟਡ ਇਨ ਪੈਰਲਲ। ਕਿਉਂ? ਦੇਖੋ ਐਮੀਟਰ ਸੀਰੀਜ਼ 'ਚ ਕਿਉਂ ਲੱਗਦਾ ਹੈ, ਇਹ ਚੀਜ਼ ਪਤਾ ਹੋਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਐਮੀਟਰ ਨੇ ਕਰੰਟ ਮੈਜ਼ਰ ਕਰਨਾ ਹੈ, ਤੇ ਕਰੰਟ ਸਾਨੂੰ ਪਤਾ ਹੈ ਸੀਰੀਜ਼ ਦੇ ਵਿੱਚ ਮੈਕਸਿਮਮ ਹੁੰਦਾ ਹੈ, ਤੇ ਅਸੀਂ ਚਾਹੁੰਦੇ ਹੁੰਦੇ ਆ ਵੀ ਜਿਹੜਾ ਸਾਡਾ ਐਮੀਟਰ ਹੈ ਉਹ ਸਾਨੂੰ ਐਕਚੁਅਲ ਰੀਡਿੰਗ ਦੱਸੇ ਕਰੰਟ ਦੀ, ਡੈਫੀਨਿਟਲੀ ਉਹ ਸੀਰੀਜ਼ ਵਾਲਾ ਕੀ ਹੈ ਸਾਡੇ ਕੋਲ ਕੀ ਹੈ? ਬੈਸਟ ਹੋਏਗਾ। ਤਾਂ ਮੈਂ ਇਸੇ ਹੀ ਰਸਤੇ ਵਿੱਚ ਇੱਥੇ ਲਗਾ ਦੇਣਾ ਇੱਕ ਐਮੀਟਰ। ਇਹ ਐਮੀਟਰ ਤੁਹਾਨੂੰ ਸ਼ੋ ਕਰ ਰਿਹਾ ਵੀ ਇਹਦੇ ਵਿੱਚ ਜਿਹੜਾ ਕਰੰਟ ਜਾ ਰਿਹਾ ਨਾ ਉਹ 50 ਮਿਲੀ ਐਂਪੀਅਰ ਜਾ ਰਿਹਾ, ਮਤਲਬ ਕਰੰਟ ਦੀ ਰੀਡਿੰਗ ਦੱਸਦੀ ਤੁਹਾਨੂੰ। ਤੇ ਨਾਲ ਹੀ ਕਹਿੰਦਾ ਵੀ ਇਹਦਾ ਇੱਕ ਆਪਣਾ ਰੈਜ਼ਿਸਟੈਂਸ ਵੀ ਹੈ ਐਮੀਟਰ ਦਾ, ਉਹ ਕਿੰਨਾ ਗਾ? ਉਹ ਹੈਗਾ ਆਪਣੇ ਕੋਲੇ 1 ਓਮ।
ओके ਤਾਂ डायग्राम ਆਪਾਂ ਕੰਪਲੀਟ ਕਰ ਦਿੰਦੇ ਆ ਬਣ ਗਈ ਜੀ डायग्राम ਆ देखो पॉजिटिव आ सारी टर्मिनल पॉजिटिव फिर आ नेगेटिव आ ਸਾਡੇ ਕੋਲ ਇੱਕ डायग्राम है ਹੁਣ ਅਸੀਂ ਕੀ ਕੈਲਕੂਲੇਟ ਕਰਨਾ r ਕੈਲਕੂਲੇਟ ਕਰਨਾ है ਹੁਣ ਇੱਕ ਚੀਜ਼ ਦੇਖੋ ਇੱਕ ਰੈਜ਼ਿਸਟੈਂਸ ਤਾਂ ਇੰਟਰਨਲ ਹੈ ਇੱਕ ਐਕਸਟਰਨਲ ਹੈ ਫਿਰ ਇੱਕ ਕਿਹੜਾ ਇੱਕ ਹੈਗਾ ਐਮੀਟਰ ਦਾ ਤਿੰਨੋਂ ਹੀ ਰੈਜ਼ਿਸਟੈਂਸ ਕਾਦੇ ਵਿੱਚ ਨੇ ਸੀਰੀਜ਼ ਦੇ ਵਿੱਚ ਨੇ ਤਾਂ ਸੀਰੀਜ਼ ਦੇ ਵਿੱਚ ਸਾਨੂੰ ਨੈਟ ਰੈਜ਼ਿਸਟੈਂਸ ਕੈਲਕੂਲੇਟ ਕਰਨਾ ਆਉਂਦਾ ਤਾਂ ਅਸੀਂ ਉਹਨੂੰ ਲਗਾ ਦਿੰਦੇ ਹਾਂ ਬਸ ਫਾਰਮੂਲਾ ਤਾਂ ਬੱਚੇ ਜੇ ਮੈਂ ਟੋਟਲ ਰੈਜ਼ਿਸਟੈਂਸ ਗੱਲ ਕਰਾਂ ਟੋਟਲ ਰੈਜ਼ਿਸਟੈਂਸ ਕਿੰਨਾ ਹੋਏਗਾ ਸਰਕਟ ਦਾ R net ਇਹ ਬੱਚੇ ਹੋਏਗਾ R ਜਿਹੜਾ ਸਾਨੂੰ ਨਹੀਂ ਪਤਾ ਪਲੱਸ ਇੱਕ ਹੈਗਾ 55 ओम OHM है ठीक है +1 मतलब बच्चे R net है जो सर्किट ਦਾ ਉਹ ਹੈਗਾ 56 plus R है ਇੰਨਾ ਰੈਜ਼ਿਸਟੈਂਸ ਹੈ ਸਰਕਿਟ ਓਕੇ ਕਰੰਟ ਸਾਨੂੰ ਗਿਵਨ ਹੈ ਕਰੰਟ ਕਿੰਨਾ ਦਾ ਇਹ ਸਰਕਿਟ ਜੋ I 50 ਮਿਲੀ ਐਂਪੀਅਰ ਮਿਲੀ ਮਤਲਬ 10 ਦੀ ਪਾਵਰ -3 ਐਂਪੀਅਰ ਤਾਂ ਓਮਸ ਲੋ ਸਾਰਿਆਂ ਨੂੰ ਪਤਾ ਹੈ ਓਮਸ ਲੋ ਕੀ ਹੁੰਦਾ V is equal to IR V is equal to IR ਬਟ ਇੱਥੇ ਅਸੀਂ ਇੰਟਰਨਲ ਰੈਜ਼ਿਸਟੈਂਸ ਵੀ ਵਿੱਚ ਯੂਜ਼ ਕਰ ਰਹੇ ਹਾਂ ਹਨਾ ਤਾਂ ਇੱਥੇ V ਦੀ ਜਗ੍ਹਾ ਤੇ ਕੀ ਆਏਗਾ E R ਕਿਹੜਾ R net ਠੀਕ ਹੈ ਇਹ ਫਾਰਮੂਲਾ ਲਗਾ ਦਿਓ ਇੱਥੇ ਤਾਂ E ਕਿੰਨੀ ਹੈ ਆਪਣੇ ਕੋਲੇ ਜੀ EMF ਆਪਾਂ ਨੂੰ ਗਿਵਨ ਸੀਗੀ ਆਈ ਥਿੰਕ EMF ਗਿਵਨ ਆਪਾਂ ਨੂੰ 3 ਵੋਲਟ ਤਾਂ ਆਪਾਂ ਲਿਖਾਂਗੇ 3 which is equal to I ਕਿੰਨਾ ਹੈ 50 into 10 ਦੀ ਪਾਵਰ -3 into R net ਬੱਚੇ ਕਿੰਨਾ ਹੈ 56 plus R ਠੀਕ ਹੈ ਜੀ ਤਾਂ ਇਹਦਾ ਮਤਲਬ ਇਹ ਹੋ ਗਿਆ ਜੀ ਆਪਣੇ ਕੋਲੇ ਇਹਦੇ ਨਾਲ ਸਾਰੇ ਪ੍ਰੋਡਕਟ ਹੈ ਠੀਕ ਹੈ ਤੇ ਆ ਗਿਆ 3 upon 50 into 10 ਦੀ ਪਾਵਰ -3 is equal to ਇਹ ਬੱਚੇ ਹੋ ਗਿਆ 56 plus R ਠੀਕ ਹੈ ਜੀ ਇਹਨੂੰ ਅਸੀਂ ਸੋਲਵ ਕਰ ਲਓ ਸੋਲਵ ਕਰਕੇ ਤੁਸੀਂ ਇੱਥੋਂ R ਦੀ ਵੈਲਿਊ ਕੈਲਕੂਲੇਟ ਕਰੋ ਬਸ ਐਨੇ ਕੰਮ ਕਰਨਾ ਸੀ ਕਿਸੇ ਵੀ ਸਟੂਡੈਂਟ ਨੂੰ ਹਜੇ ਵੀ ਕੋਈ ਸਟੈਪ ਕਲੀਅਰ ਨਾ ਹੋਇਆ ਹੋਵੇ ਤਾਂ ਉਹ ਪੁੱਛ ਸਕਦਾ ਹੈ